ਹੋਰ ਕਿੰਨੀਆਂ ਕੁਰਬਾਨੀਆਂ ਸੰਘਰਸ਼ ਕੁਝ ਪ੍ਰਾਪਤੀ ਕਰਨ ਵਾਸਤੇ ਸੰਘਰਸ਼ ਦੇ ਵਿੱਚ ਦੇਣੀਆਂ ਪੈਣੀਆਂ। ਜੇ ਅਸੀਂ ਕਹੀਏ ਵੀ ਸਾਨੂੰ ਉੱਥੇ ਕੋਈ ਸੱਟ ਲੱਗੇ ਹੀ ਨਾ, ਸ਼ਹੀਦੀ ਸਾਡੀ ਕੋਈ ਹੋਵੇ ਹੀ ਨਾ, ਇਹ ਤਾਂ ਕੋਈ ਸੰਘਰਸ਼ ਵਾਲੀ ਗੱਲ ਨਹੀਂ ਬਣਦੀ। ਕੀ ਸੰਯੁਕਤ ਕਿਸਾਨ ਮੋਰਚਾ ਹਾਲੇ ਵੀ ਆਪਣੇ ਉਸੇ ਸਟੈਂਡ ਤੇ ਕਾਇਮ ਆ ਜਿਸ ਤੇ 26 ਨਵੰਬਰ ਨੂੰ ਕਾਇਮ ਸੀ ਕਿ ਬਿੱਲ ਰੱਦ ਕਰਵਾਉਣੇ ਨੇ? ਸਭ ਦੇ ਦਿਲ ਹੌਸਲੇ ਬੰਦੇ ਵੀ ਅਸੀਂ ਕਿਸੇ ਵੀ ਲੋੜ ਕਿਸੇ ਵੀ ਤਰ੍ਹਾਂ ਇਹ ਸਾਨੂੰ ਪਹਿਲਾਂ ਖਰਚੇ ਥੇ ਵੀ ਸ਼ਾਇਦ ਲੋਕ ਕਿਤੇ ਘਬਰਾ ਨਾ ਜਾਣ, ਪਰ ਨਹੀਂ, ਅੱਜ ਸਾਡੇ ਹੌਸਲੇ ਪੂਰੇ ਸਿਰੇ ਪਰ ਨੇ। ਕੋਈ ਬੰਦਾ ਪਿੱਛੇ ਮੁੜਨ ਨੂੰ ਤਿਆਰ ਨਹੀਂ ਬਿਨਾਂ ਹੱਕ ਲਏ। ਉਸ ਦੀ ਵਾਪਸੀ ਦੇ ਨਾਲ ਤੇ ਨੌਜਵਾਨਾਂ ਦੇ ਵਿੱਚ ਦੁਬਾਰੋਂ ਜਿਹੜਾ ਜੋਸ਼ ਭਰ ਰਿਹਾ ਉਹਦੇ ਨਾਲ ਕਿੰਨਾ ਕੁ ਫਾਇਦਾ ਸੰਘਰਸ਼ ਨੂੰ ਹੁੰਦਾ ਦੇਖ ਰਹੇ ਹੋ? ਦੇਖੋ, ਅਸੀਂ ਪਹਿਲਾਂ ਤੋਂ ਵੀ ਕਹਿੰਦੇ ਆ ਰਹੇ ਹਾਂ, ਅੱਜ ਤੋਂ ਬਈ ਨੌਜਵਾਨ ਦੀ ਸਮੂਲੀਅਤ ਬਿਨਾਂ ਇਹ ਮੋਰਚਾ ਜਿੱਤਣਾ ਸਖਾਲਾ ਨਹੀਂ। ਕਿਸਾਨਾਂ ਨੇ ਨਹੀਂ ਕੀਤਾ ਜੋ ਘਟਨਾਕ੍ਰਮ ਹੋਇਆ, ਜਿਹੜਾ ਮਲੌਟ ਵਾਲਾ ਹੋਇਆ, ਕੁੱਟਮਾਰ ਹੋਈ ਬੀਜੇਪੀ ਐਮਐਲਏ ਦੀ। ਮੇਰੇ ਕਹਿਣ ਮੁਤਾਬਕ ਉਹ ਕੰਮ ਗਲਤ ਹੋਇਆ। ਤੇਜ਼ੀ 'ਚ ਆ ਕੇ ਗੁੱਸੇ 'ਚ ਆ ਕੇ ਬੰਦਿਆਂ ਤੇ ਨਹੀਂ ਸੰਭਲਿਆ ਗਿਆ ਉਹ ਗੱਲ ਬਖਿਆ, ਕਿਉਂਕਿ ਉਹ ਸਾਨੂੰ ਨਿਉਂਦਾ ਦੁੱਗਣਾ ਪਾ ਰਹੇ ਨੇ। ਤੁਸੀਂ ਇਹਦੇ ਨਾਲ ਇਤਫਾਕ ਰੱਖਦੇ ਹੋ ਕਿ ਜੋ ਗੱਡੀਆਂ ਲੈਣਾ ਉਹ ਕਿਸਾਨ ਨਹੀਂ ਲੈ ਸਕਦਾ ਜਾਂ ਕਿਸ ਤਰ੍ਹਾਂ? ਦੇਖੋ, ਇਹ ਇੱਕ ਸਵਾਲ ਤੇਰਾ ਬੜਾ ਘੁਲਮਾ ਜਿਹਾ, ਮੈਂ ਜਵਾਬ ਸਹੀ ਤਰੀਕੇ ਨਾਲ ਦਊਂਗਾ। ਸਤਿ ਸ਼੍ਰੀ ਅਕਾਲ ਦੋਸਤੋ, ਪ੍ਰਾਈਡ ਪੰਜਾਬ ਟੀਵੀ ਤੁਸੀਂ ਦੇਖ ਰਹੇ ਹੋ। ਮੈਂ ਸੰਸਾਰਦੀਪ। ਇਸ ਟਾਈਮ ਅਸੀਂ ਮੌਜੂਦ ਹਾਂ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਭੱਲ ਮਾਜਰਾ ਦੇ ਵਿੱਚ। ਦੋਸਤੋ, ਕਿਸਾਨੀ ਸੰਘਰਸ਼ ਜਿਹੜਾ 4 ਮਹੀਨੇ ਤੋਂ ਉੱਤੇ ਦਾ ਸਮਾਂ ਹੋ ਗਿਆ ਕਿਸਾਨੀ ਸੰਘਰਸ਼ ਚੱਲਦੇ ਨੂੰ ਦਿੱਲੀ ਦੇ ਬਾਰਡਰਾਂ 'ਤੇ ਉਸ ਤੋਂ ਪਹਿਲਾਂ ਪੰਜਾਬ ਦੇ ਵਿੱਚ ਬਹੁਤ ਲੰਬਾ ਸਮਾਂ ਸੰਘਰਸ਼ ਲੜਿਆ, ਤਕਰੀਬਨ 2-2.5 ਮਹੀਨੇ ਜਿਹੜਾ ਸੰਘਰਸ਼ ਲੜਿਆ। ਕਦੇ ਰੇਲਾਂ ਰੋਕੀਆਂ, ਕਦੇ ਟ੍ਰੈਫਿਕ ਜਾਮ ਕੀਤਾ। ਸੰਘਰਸ਼ ਦੇ ਵਿੱਚ ਹਾਲੇ ਤੱਕ 350 ਦੇ ਨੇੜੇ ਤੇੜੇ ਜਿਹੜੀਆਂ ਕੁਰਬਾਨੀਆਂ ਨੇ ਕਿਸਾਨਾਂ ਦੀਆਂ ਹੋ ਚੁੱਕੀਆਂ ਨੇ। ਕਿਸਾਨ ਆਗੂਆਂ 'ਤੇ ਸਵਾਲ ਵੀ ਜਿਹੜੇ ਖੜ੍ਹੇ ਹੋਏ, ਕੁਝ ਜਗ੍ਹਾ ਇਹਨਾਂ ਦੀ ਪ੍ਰਸ਼ੰਸਾ ਵੀ ਹੋਈ, ਕੁਝ ਜਗ੍ਹਾ ਨਿੰਦਿਆ ਵੀ ਗਿਆ। ਸਾਡੇ ਨਾਲ ਅੱਜ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪ੍ਰਧਾਨ ਹਰਨੇਕ ਸਿੰਘ ਭੱਲ ਮਾਜਰਾ ਜੀ ਮੌਜੂਦ ਨੇ। ਇਹਨਾਂ ਦੇ ਨਾਲ ਇਹਨਾਂ ਸਾਰੇ ਮੁੱਦਿਆਂ 'ਤੇ ਚਰਚਾ ਕਰਾਂਗੇ। ਪ੍ਰਧਾਨ ਜੀ, ਪਹਿਲਾ ਸਵਾਲ ਇਹ, 350 ਦੇ ਨੇੜੇ ਤੇੜੇ ਜਿਹੜੀਆਂ ਸ਼ਹੀਦੀਆਂ ਨੇ ਹੋ ਚੁੱਕੀਆਂ ਨੇ ਕਿਸਾਨਾਂ ਦੀਆਂ, ਕਾਫੀ ਲੋਕਾਂ ਦਾ ਇੱਕ ਧੜੇ ਦਾ ਇਹ ਮੰਨਣਾ ਹੈ ਕਿ ਹਲੇ ਤੱਕ ਅਸੀਂ ਨੇ ਜਾਨਾਂ ਗਵਾਉਣ ਤੋਂ ਬਿਨਾਂ ਕੀ ਖੱਟਿਆ ਸੰਘਰਸ਼ ਦੇ ਵਿੱਚ? ਦੇਖੋ, ਸੰਘਰਸ਼ ਜਿਹੜਾ ਹੈ ਨਾ, ਸੰਘਰਸ਼ ਦਾ ਨੌਵੇਂ ਸੰਘਰਸ਼ ਹੈ, ਉਹਦੇ ਵਿੱਚ ਸ਼ਹੀਦੀਆਂ ਪਹਿਲਾਂ ਨੇ, ਪ੍ਰਾਪਤੀਆਂ ਬਾਅਦ ਦੇ ਵਿੱਚ ਨੇ। ਜੇ ਅਸੀਂ ਕਹੀਏ ਵੀ ਸਾਨੂੰ ਉੱਥੇ ਕੋਈ ਸੱਟ ਲੱਗੇ ਹੀ ਨਾ, ਸ਼ਹੀਦੀ ਸਾਡੀ ਕੋਈ ਹੋਵੇ ਹੀ ਨਾ, ਇਹ ਤਾਂ ਕੋਈ ਸੰਘਰਸ਼ ਵਾਲੀ ਗੱਲ ਨਹੀਂ ਬਣਦੀ। ਕਿਉਂਕਿ ਦੂਏ ਪਾਸੇ ਸਰਕਾਰ ਹੈ, ਸਰਕਾਰ ਦੇ ਨਾਲ ਸੰਘਰਸ਼ ਕਰਨਾ ਕੋਈ ਖੇਲ ਨਹੀਂ ਹੁੰਦਾ। ਉੱਥੇ ਆਪਣੇ ਹੱਕਾਂ ਨੂੰ ਲੈ ਕੇ ਸਾਡਾ ਲੜਨਾ ਫਰਜ਼ ਬਣਦਾ, ਅਤੇ ਹੱਕਾਂ ਨੂੰ ਲੈ ਕੇ ਲੜਾਂਗੇ ਤਾਂ ਸ਼ਹੀਦੀਆਂ ਵੀ ਹੋਣਗੀਆਂ। ਸਾਨੂੰ ਇਹਨਾਂ 'ਤੇ ਅਫਸੋਸ ਹੈ ਵੀ ਨਹੀਂ, ਪਰ ਹੈਗਾ ਵੀ ਹੈਗਾ ਇਸ ਕਰਕੇ ਵੀ ਸਾਡੇ ਅਣਜਾਈ ਬੰਦੇ ਮਾਰੇ ਗਏ, ਜਿਨ੍ਹਾਂ ਦੀ ਕੀਮਤ ਹਾਲੇ ਅਸੀਂ ਕੋਈ ਹਾਸਲ ਨਹੀਂ ਕਰ ਸਕੇ ਬੇਸ਼ੱਕ, ਪਰ ਫਿਰ ਵੀ ਸਾਡੇ ਹੌਸਲੇ ਬੁਲੰਦ ਨੇ, ਕਿਉਂਕਿ ਸਾਡੀ ਜਿਹੜੀ ਮੰਗਾਂ ਨੇ ਉਹ ਜਾਇਜ਼ ਨੇ। ਧੱਕੇ ਦੇ ਖਿਲਾਫ ਹਰ ਬੰਦੇ ਨੂੰ ਖੜਨਾ ਚਾਹੀਦਾ, ਹਰ ਬੰਦੇ ਨੂੰ ਲੜਨਾ ਚਾਹੀਦਾ। ਇਹ ਸਾਡੇ ਗੁਰੂਆਂ ਪੀਰਾਂ ਨੇ। ਸਾਡਾ ਜਿਹੜੀ ਜ਼ਮੀਰ ਹੈ ਉਹਦੀ ਵੀ ਆਵਾਜ਼ ਹੋਣੀ ਚਾਹੀਦੀ ਹੈ। ਜਿਨ੍ਹਾਂ ਬੰਦਿਆਂ ਕੋਲ ਆਪਣੇ ਇਤਿਹਾਸ ਨੂੰ ਸਾਂਭਣ ਦਾ ਜੇਰਾ ਨਹੀਂ, ਆਪਣੀ ਜ਼ਮੀਰ ਨਹੀਂ ਜਾਗਦੀ, ਉਹ ਕੀ ਹੱਕ ਲੈਣਗੇ, ਕੀ ਹੱਕ ਬਚਾਉਣਗੇ? ਸ਼ਹੀਦਾਂ ਵਾਲੀ ਕੋਈ ਏਡੀ ਅਫਸੋਸ ਵਾਲੀ ਗੱਲ ਨਹੀਂ, ਪਰ ਹੈ ਅਫਸੋਸ ਵਾਲੀ ਇਹ ਕਰਕੇ ਵੀ ਹਾਲੇ ਉਹਨਾਂ ਦਾ ਕੋਈ ਮੁੱਲ ਵੱਟ ਨਹੀਂ ਸਕੇ, ਸੀ ਪਾ ਨਹੀਂ ਸਕੇ ਜੀ। ਹੋਰ ਕਿੰਨੀਆਂ ਕੁਰਬਾਨੀਆਂ ਸੰਘਰਸ਼ ਕੁਝ ਪ੍ਰਾਪਤੀ ਕਰਨ ਵਾਸਤੇ ਸੰਘਰਸ਼ ਦੇ ਵਿੱਚ ਦੇਣੀਆਂ ਪੈਣਗੀਆਂ? ਦੇਖੋ, ਇਹ ਤਾਂ ਸਮਾਂ ਦੱਸੂਗਾ ਵੀ ਕਿੰਨੀਆਂ ਸੰਘਰਸ਼ ਦੇ ਵਿੱਚ ਸ਼ਹੀਦੀਆਂ ਕਰ ਦੇਣੀਆਂ ਪੈਣਗੀਆਂ, ਕਿੰਨੀਆਂ ਕੁ ਜਾਨਾਂ ਦੇਣੀਆਂ ਪੈਣਗੀਆਂ। ਇਹ ਤਾਂ ਵਕਤ ਦੀ ਗੱਲ ਹੁੰਦੀ ਹੈ, ਇਹ ਕੋਈ ਗਿਣੀਆਂ ਮਿੱਥੀਆਂ ਗੱਲਾਂ ਤਾਂ ਚੱਲਦੀਆਂ ਨਹੀਂ। ਕਿਉਂਕਿ ਸਾਡਾ ਦੇਸ਼ ਜਦੋਂ ਗੁਲਾਮ ਹੋਇਆ ਤਾਂ ਉਸ ਨੂੰ ਅਸੀਂ ਆਜ਼ਾਦ ਕਰਾਉਣ ਵਾਸਤੇ ਉਸੇ ਟਾਈਮ ਤੋਂ ਸਾਡੇ ਸੰਘਰਸ਼ਸ਼ੀਲ ਯੋਧੇ ਜ਼ਮੀਰ ਜਾਗਦੀ ਵਾਲੇ ਜਦੇ ਉਹ ਸੰਘਰਸ਼ ਦੇ ਰਾਹ ਪੈ ਗਏ। 100 ਸਾਲ ਲੱਗ ਗਿਆ ਉਹਨੂੰ ਆਜ਼ਾਦ ਕਰਾਉਣ ਨੂੰ। ਉਹਦੇ ਵਿੱਚ ਅਣਗਿਣਤ ਸ਼ਹੀਦੀਆਂ ਹੋਈਆਂ, ਜਿਹੜੀਆਂ ਖਿੜੇ ਮੱਥੇ ਸਾਡੇ ਜਿਹਨੇ ਇੱਕ ਉਂਗਲੀਆਂ 'ਤੇ ਆਉਂਦੇ ਨੇ, ਭਗਤ ਸਿੰਘ ਵਗੈਰਾ, ਰਾਜਗੁਰੂ ਉਹਦੇ ਸਾਥੀ, ਊਧਮ ਸਿੰਘ ਔਰ ਹੋਰ ਉਹਦੇ ਸਾਥੀ ਜਿੰਨੇ ਵੀ ਹੈਗੇ ਸਾਡੇ ਮੋਟੇ ਮੋਟੇ ਸਾਹਮਣੇ, ਸਭ ਨੂੰ ਆਪਾਂ ਜਾਣਦੇ ਹਾਂ। ਪਰ ਇਹਨਾਂ ਤੋਂ ਇਲਾਵਾ ਜਿਹੜੇ ਰੁਲ ਗਏ, ਜਿਹਨਾਂ ਨੂੰ ਅਸੀਂ ਨਹੀਂ ਬੁੱਝ ਸਕਦੇ, ਉਹ ਵੀ ਕਿੰਨੀਆਂ ਸ਼ਹੀਦ ਹੋ ਲਏ, ਪਰ ਦੇਸ਼ ਸਾਡਾ ਫਿਰ ਆਜ਼ਾਦ ਹੋ ਕੇ ਹੀ ਖੜਿਆ। ਇਹੀ ਸਾਡੇ ਅੱਜ ਦੀ ਗੱਲ ਹੈ। ਸ਼ਹੀਦੀਆਂ ਸਾਨੂੰ ਜੇ ਹੋਰ ਵੀ ਦੇਣੀਆਂ ਪੈ ਜਾਣਗੀਆਂ, ਅਸੀਂ ਦੇਣ ਨੂੰ ਤਿਆਰ ਹਾਂ, ਪਰ ਆਪਣਾ ਜਿਹੜਾ ਹੱਕ ਹੈ ਉਹ ਲਏ ਬਿਨਾਂ ਅਸੀਂ ਵਾਪਸ ਨਹੀਂ ਆਉਂਦੇ। ਬੇਸ਼ੱਕ ਸਾਨੂੰ ਸਾਰਿਆਂ ਨੂੰ ਕਿ ਸ਼ਹੀਦ ਹੋਣਾ ਕਿਉਂ ਨਾ ਪੈ ਜਾਵੇ, ਕਿਉਂਕਿ ਪਿੱਛੇ ਵੀ ਫਿਰ ਸ਼ਹੀਦ ਹੋਣ ਤੋਂ ਵੀ ਮੈਂ ਜੇ ਸਾਫ਼ ਗੱਲ ਕਹਿ ਦਾਂ
ਤਾਂ ਸਾਨੂੰ ਉੱਥੇ ਇੱਕ ਇੱਕ ਬੰਦੇ ਨੂੰ ਸ਼ਹੀਦ ਹੋਣਾ ਸਿਖਾਉਣਾ, ਤਾਂ ਕਿ ਸਾਡਾ ਸਾਰਾ ਪਰਿਵਾਰ ਸ਼ਹੀਦ ਨਾ ਹੋਵੇ ਜੇ ਅਸੀਂ ਵਾਪਸ ਆ ਜਾਂਦੇ ਹਾਂ। ਕੀ ਸੰਯੁਕਤ ਕਿਸਾਨ ਮੋਰਚਾ ਹਾਲੇ ਵੀ ਆਪਣੇ ਉਸੇ ਸਟੈਂਡ ਤੇ ਕਾਇਮ ਆ ਜਿਸ ਤੇ 26 ਨਵੰਬਰ ਨੂੰ ਕਾਇਮ ਸੀ ਕਿ ਬਿੱਲ ਰੱਦ ਕਰਵਾਉਣੇ ਨੇ, ਜਾਂ ਕੋਈ ਚਾਂਸ ਇਹੋ ਜਿਹੇ ਲੱਗਦੇ ਨੇ ਕਿ ਸੋਧਾਂ ਦੇ ਉੱਪਰ ਸਰਕਾਰ ਦੇ ਨਾਲ ਸਹਿਮਤੀ ਬਣ ਸਕਦੀ ਆ? ਦੇਖੋ, ਇਹ ਜਿਹੜੀ ਗੱਲ ਹੈ ਸੋਧਾਂ ਵਾਲੀ, ਇਹ ਹੈਗੀ ਸੰਯੁਕਤ ਮੋਰਚੇ ਜਿਹੜੇ 32 ਕਿਸਾਨ ਜਥੇਬੰਦੀਆਂ ਦੀ ਆਪਣਾ ਸੰਗਠਨ ਹੈ, ਕਿ ਆ ਨਾਲ ਉਹਨਾਂ ਦੇ ਵਕੀਲ ਭਰਾ ਨੇ। ਇਹ ਹੈ ਉਹਨਾਂ ਦਾ ਫੈਸਲਾ, ਉਹਨਾਂ ਦੀ ਸੋਚ। ਜਿਹੜੀ ਸਾਡੀ ਸੋਚ ਹੈ ਪਿੱਛੇ ਜ਼ਮੀਨ ਵਾਲੀ ਹੈ, ਕਹਿ ਲਈਏ। ਸਾਡੇ ਹੌਸਲੇ, ਅਸੀਂ ਪਿੰਡਾਂ 'ਚ ਘੁੰਮਦੇ ਹਾਂ, ਸਾਨੂੰ ਪਿੰਡਾਂ 'ਚ ਘੁੰਮਣ ਦੀ ਡਿਊਟੀ ਵੀ ਸਾਡੀ ਬਣਦੀ ਹੈ। ਇੱਥੇ ਸਾਨੂੰ ਕੋਈ ਢੈਂਜੀ ਕਲਾਂ ਵਾਲੀ ਆਵਾਜ਼ ਨਹੀਂ ਮਿਲਦੀ। ਸਾਰਿਆਂ ਦੇ ਹੌਸਲੇ ਬਣਦੇ ਨੇ, ਇੱਕ ਤੋਂ ਇੱਕ ਮੂਹਰੇ ਜਾਣ ਨੂੰ ਤਿਆਰ ਹੈ। ਔਰ ਹਰ ਬੰਦੇ ਨੇ ਆਪਣੀ ਸਕੀਮ, ਹਰ ਪਿੰਡ ਨੇ ਆਪਣੀ ਸਕੀਮ ਦੇ ਨਾਲ ਡਿਊਟੀਆਂ ਵੰਡ ਲਈਆਂ। ਉਹ 5-5 10 ਬੰਦੇ ਆਪਣੇ ਜਥੇ ਬਣਾ ਕੇ ਉੱਥੇ ਹਫ਼ਤਾ ਕੱਟੇ, 10 ਦਿਨ ਕੱਟੇ, ਉਹ ਆਪਣੀ ਪੋਜੀਸ਼ਨ ਮੁਤਾਬਕ ਕੱਟਦੇ ਨੇ। ਸਭ ਦੇ ਦਿਲ ਹੌਸਲੇ ਬੰਦੇ ਵੀ ਅਸੀਂ ਕਿਸੇ ਵੀ ਲੋੜ, ਕਿਸੇ ਵੀ ਤਰ੍ਹਾਂ, ਜਿਹੜੇ ਸਾਨੂੰ ਪਹਿਲਾਂ ਖਚਤੇ ਥੇ ਵੀ ਸ਼ਾਇਦ ਲੋਕ ਕਿਤੇ ਘਬਰਾ ਨਾ ਜਾਣ, ਪਰ ਨਹੀਂ, ਅੱਜ ਸਾਡੇ ਹੌਸਲੇ ਪੂਰੇ ਸਿਰੇ ਪਰ ਨੇ। ਕੋਈ ਬੰਦਾ ਪਿੱਛੇ ਮੁੜਨ ਨੂੰ ਤਿਆਰ ਨਹੀਂ, ਬਿਨਾਂ ਹੱਕ ਲਏ। ਪ੍ਰਧਾਨ ਜੀ, ਗੱਲ ਕਰੀਏ ਨੌਜਵਾਨਾਂ ਦੀ, ਪੰਜਾਬ ਦੇ ਨੌਜਵਾਨਾਂ ਦੀ, ਹਰਿਆਣੇ ਦੇ ਨੌਜਵਾਨਾਂ ਦੀ। ਦੇਖਿਆ ਜਾਵੇ, ਕਿਸਾਨਾਂ ਨੂੰ, ਬਜ਼ੁਰਗ ਆਗੂਆਂ ਨੂੰ ਦਿੱਲੀ ਲੈ ਕੇ ਜਾਣ ਵਾਲੇ, ਬੈਰੀਗੇਡ ਤੋੜਨ ਵਾਲਾ ਧੜਾ ਨੌਜਵਾਨਾਂ ਦਾ ਵੱਡੀ ਗਿਣਤੀ ਦੇ ਵਿੱਚ ਸੀ, ਚਾਹੇ ਉਹ ਨੌਜਵਾਨ ਪੰਜਾਬ ਦਾ ਹੋਵੇ, ਹਰਿਆਣੇ ਦਾ ਹੋਵੇ। ਕੁਝ ਕਾਰਨ ਅਜਿਹੇ ਬਣ ਗਏ ਕਿ ਸੰਯੁਕਤ ਮੋਰਚੇ ਦੇ ਆਗੂਆਂ ਤੋਂ ਨੌਜਵਾਨ ਵਰਗ ਜਿਹੜਾ ਉਹ ਨਾਰਾਜ਼ ਹੋ ਗਿਆ ਕਿਸੇ ਕਾਰਨ, ਤੁਹਾਨੂੰ ਸਭ ਜਾਣਦੇ ਹੋ ਤੁਸੀਂ। ਉਸ ਦੇ ਵਿੱਚ ਹੁਣ ਹੌਲੀ ਹੌਲੀ, ਕਿਉਂਕਿ ਲੱਖੇ ਸਿਧਾਣੇ ਦੀ ਵਾਪਸੀ ਦਾ ਐਲਾਨ ਸੰਯੁਕਤ ਕਿਸਾਨ ਮੋਰਚੇ ਵੱਲੋਂ ਕਰ ਦਿੱਤਾ ਗਿਆ ਕਿ ਜਲਦੀ ਹੀ ਲੱਖਾ ਸਿਧਾਣਾ ਸਿੰਘੂ ਬਾਰਡਰ ਦੀ ਸਟੇਜ ਤੋਂ ਕਰ ਜੂਗਾ। ਉਸ ਦੀ ਵਾਪਸੀ ਦੇ ਨਾਲ ਤੇ ਨੌਜਵਾਨਾਂ ਦੇ ਵਿੱਚ ਦੁਬਾਰੋਂ ਜਿਹੜਾ ਜੋਸ਼ ਭਰ ਰਿਹਾ, ਉਹਦੇ ਨਾਲ ਕਿੰਨਾ ਕੁ ਫਾਇਦਾ ਸੰਘਰਸ਼ ਨੂੰ ਹੁੰਦਾ ਦੇਖ ਰਹੇ ਹੋ? ਦੇਖੋ, ਅਸੀਂ ਪਹਿਲਾਂ ਤੋਂ ਵੀ ਕਹਿੰਦੇ ਆ ਰਹੇ ਹਾਂ, ਅੱਜ ਤੋਂ ਵੀ, ਬਈ ਨੌਜਵਾਨ ਦੀ ਸ਼ਮੂਲੀਅਤ ਬਿਨਾਂ ਇਹ ਮੋਰਚਾ ਜਿੱਤਣਾ ਸੁਖਾਲਾ ਨਹੀਂ ਹੈਗਾ। ਕਿਉਂਕਿ ਜੇ ਨੌਜਵਾਨ ਜਾਗ ਪੈਂਦਾ ਤਾਂ ਨੌਜਵਾਨ ਇੱਕ ਇਹੋ ਜਿਹੀ ਚੀਜ਼ ਹੈ, ਉਹ ਤੋਂ ਸਰਕਾਰਾਂ ਘਬਰਾਉਂਦੀਆਂ ਨੇ। ਹੋਣੀ ਵੀ ਇਹ ਚਾਹੀਦੀ ਹੈ, ਕਿਉਂਕਿ ਨੌਜਵਾਨ ਨੂੰ ਵੀ ਲੋੜ ਹੈ ਚੀਜ਼ ਦੀ। ਨੌਜਵਾਨ ਕੋਲ ਸੋਝੀ ਵੀ ਹੈ, ਪੜ੍ਹੇ ਲਿਖੇ ਨੌਜਵਾਨ ਨੇ, ਜੋਸ਼ ਵੀ ਹੈ, ਪਰ ਨਾਲ ਹੋਸ਼ ਦੀ ਵੀ ਲੋੜ ਆ। ਹਾਂ, ਮੈਂ ਇੱਕ ਜ਼ਰੂਰ ਕਹਿਣਾ ਵੀ ਲੱਖੇ ਸਿਧਾਣੇ ਦੇ ਆਉਣ ਨਾਲ ਜਿਹੜੇ ਨੌਜਵਾਨਾਂ ਦੇ ਮਨਾਂ 'ਚ ਘਬਰਾਹਟ ਸੀ, ਉਹ ਦੂਰ ਹੋ ਗਈ। ਉਸ ਵੇਲੇ ਮੌਕੇ ਦਾ ਫੈਸਲਾ ਤਾਂ ਨੌਜਵਾਨਾਂ ਦਾ ਜਿਹਾ ਜਿਹਾ ਵੀ ਉਹਨਾਂ ਨੂੰ ਮੌਕੇ 'ਤੇ ਸੁਝਿਆ, ਉਹਨਾਂ ਨੇ ਉਹੋ ਜਿਹਾ ਫੈਸਲਾ ਲੈ ਲਿਆ। ਠੀਕ ਹੈ, ਜਥੇਬੰਦੀਆਂ ਨੂੰ ਆਪਣਾ ਫੈਸਲਾ ਕੁਛ ਉਲਟ ਫੁਲਟ ਹੋਣ ਤੋਂ, ਘਬਰਾਉਣ ਤੋਂ ਉਹਨਾਂ ਨੂੰ ਤਾੜ ਫੜ ਕਰਨੀ ਪਈ। ਪਰ ਜਦ ਸਾਰੇ ਗਿੱਲੇ ਸ਼ਿਕਵੇ ਦੂਰ ਹੋ ਗਏ, ਬੈਠ ਕੇ ਭੁਲੇਖੇ ਦੂਰ ਹੋ ਗਏ, ਤਾਂ ਜਦ ਬੰਦਾ ਇੱਕ ਭੁੱਲਿਆ ਰਸਤੇ ਪਰ ਆ ਗਿਆ, ਫਿਰ ਉਹਨੂੰ ਵਿਚਲਾ ਕੋਈ ਗੁਨਾਹ ਤਾਂ ਨਹੀਂ ਹੈਗਾ। ਸਾਡੇ ਜਿਹੜੇ ਹੋਰ ਨੌਜਵਾਨ ਨੇ ਉਹਨਾਂ ਦੇ ਨਾਲ ਲੱਗੇ ਵੀ, ਤਾਂ ਉਹਨਾਂ ਦੇ ਮਨ ਨੂੰ ਵੀ ਬਲ ਮਿਲਿਆ। ਔਰ ਸਾਨੂੰ ਤਾਂ ਬਲ ਮਿਲਣਾ ਹੀ ਮਿਲਣਾ। ਇੱਥੇ ਚਾਹੁੰਦੇ ਤੇ ਵੀ ਨੌਜਵਾਨ ਸਾਡੇ ਸੋਝੀ ਨਾਲ ਸਾਡੇ ਨਾਲ ਰਲੇ ਰਹਿਣ, ਕਿਉਂਕਿ ਸਾਨੂੰ ਤਾਂ ਉਹਦੇ ਸਹਾਰੇ ਦੀ ਪਹਿਲੀ ਲੋੜ ਹੈ। ਇਸ ਕਰਕੇ ਇਹਦੇ ਨਾਲ ਤਾਂ ਸਾਨੂੰ ਦੁੱਗਣਾ ਹੀ ਫੈਸਲਾ ਸਹਾਰਾ ਮਿਲ ਗਿਆ। ਇਹ ਜਿਹੜੇ ਇਸ ਸੰਘਰਸ਼ ਨੂੰ ਅਸੀਂ ਐ ਸੋਚਦੇ ਵੀ ਕਿਵੇਂ ਸਿਰੇ ਲਾਉਣਾ, ਔਰ ਸਾਨੂੰ ਇਹ ਇੰਨਾ ਬੋਝ ਬਣਾਇਆ ਗਿਆ ਵੀ ਅਸੀਂ ਬੇਫਿਕਰ ਹਾਂ ਵੀ ਸਾਡੇ ਜਵਾਨਾਂ ਨੇ ਦੁਬਾਰੇ ਕਦਮ ਸਾਂਭ ਲਿਆ, ਔਰ ਉਹ ਅੱਜ ਸੋਝੀ 'ਚ ਆ ਕੇ ਸਾਡੇ ਨਾਲ ਲੜਨਗੇ ਔਰ ਆਪਣੇ ਫੈਸਲੇ ਨੂੰ ਪੂਰਾ ਸਿਰੇ ਚੜ੍ਹਨਗੇ। ਲੱਖੇ ਸਿਧਾਣੇ ਦੀ ਵਾਪਸੀ ਦਾ ਤੁਸੀਂ ਸਵਾਗਤ ਕੀਤਾ, ਪਰ ਇੱਕ ਧੜਾ ਦੀਪ ਸਿੱਧੂ ਦੇ ਨਾਲ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਜੁੜੇ ਹੋਏ ਨੇ। ਦੀਪ ਸਿੱਧੂ ਨੂੰ ਸੰਯੁਕਤ ਮੋਰਚੇ ਵੱਲੋਂ ਇੱਕ ਗੁਨਾਹਗਾਰ ਦੇ ਤੌਰ 'ਤੇ ਦੇਖਿਆ ਜਾ ਰਿਹਾ ਕਿ ਉਹਨੇ ਜੋ ਵੀ ਹੈ ਘਟਨਾਕ੍ਰਮ ਜੋ 26 ਤਰੀਕ ਨੂੰ ਹੋਇਆ, ਕਿ ਅੰਦੋਲਨ ਨੂੰ ਖੰਡਾਉਣ ਦੇ ਲਈ ਸਭ ਕੁਝ ਹੋਇਆ। ਇਹ ਜੇ ਇਹ ਅਜਿਹਾ ਕੁਝ ਕੀਤਾ ਵੀ ਆ ਦੀਪ ਸਿੱਧੂ ਦੀ ਜ਼ਮਾਨਤ ਤੋਂ ਬਾਅਦ, ਕੀ ਦੀਪ ਸਿੱਧੂ ਨੂੰ ਕੋਈ ਮਾਫੀ ਮਿਲ ਸਕਦੀ ਆ? ਦੇਖੋ, ਇਹ ਵੀ ਗੱਲ ਉੱਥੇ ਆ ਜਾਂਦੀ ਆ ਵੀ ਇਹ ਹਾਈ ਕਮਾਂਡ ਦੇ ਕਰਨ ਦੀਆਂ ਗੱਲਾਂ ਨੇ। ਹਰਨੇਕ ਸਿੰਘ ਭੱਲਮਾਜਰਾ ਆਪਣੇ ਤੌਰ 'ਤੇ ਕੀ ਸੋਚਦੇ ਨੇ, ਮਿਲਣੀ ਚਾਹੀਦੀ ਆ ਜਾਂ ਕਿੱਦਾਂ? ਕਿਉਂਕਿ ਨੌਜਵਾਨ, ਇਹ ਖਿਆਲ ਰੱਖਿਆ ਜਾਵੇ ਕਿ ਨੌਜਵਾਨ ਦੀਪ ਦੇ ਨਾਲ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਨੇ। ਦੇਖੋ, ਐਂ ਤਾਂ ਹੁਣ ਜਿੱਥੇ ਦੀਪ ਸਿੱਧੂ ਹੈ ਵੀ ਸਾਡੇ ਕੋਲ ਹਿੰਦੁਸਤਾਨ ਦਾ ਕਿ ਪੰਜਾਬ ਦਾ ਕਿੱਥੇ ਦਾ, ਮੈਂ ਉਹਨੂੰ ਖਾਸ ਤੌਰ 'ਤੇ ਅੰਦਰੂਨੀ ਜਾਣਦਾ ਵੀ ਕਿਹੜੀ ਜਗ੍ਹਾ ਤੋਂ ਉਹਦੀ ਜੰਮ ਪਲਦਾ ਉਹ। ਪਰ ਨੌਜਵਾਨ ਵੀ ਸਾਡੇ ਭਟਕੇ ਵੀ ਹੁੰਦੇ ਨੇ ਵਿੱਚ, ਨਹੀਂ ਵੀ ਲੋਟ ਆਉਂਦੇ। ਪਿੱਛੇ ਅਸੀਂ ਜਿਹੜਾ ਸਾਡਾ ਖੂਨੀ ਸਾਕਾ ਹੋ ਸਾਡੇ ਵਰਤ ਕੇ ਹਟਿਆ ਸਾਡੇ ਅੱਖਾਂ ਸਾਹਮਣੇ, ਜਿਹੜੇ ਘਰ ਗਰਮਦੀਲਿਆਂ ਦੇ ਵਿੱਚ ਆ ਕੇ ਉੱਜੜ ਗਏ, ਉਹ ਮੁੜ ਕੇ ਅੱਜ ਤੱਕ ਬਸ ਨਹੀਂ ਸਕੇ। ਮੈਂ ਦੀਪ ਸਿੱਧੂ ਨੂੰ ਇਸ ਕਰਕੇ ਨਹੀਂ ਸਹਿਮਤੀ ਨਹੀਂ ਦਿੰਦਾ, ਕਿਉਂਕਿ ਉਹਨੇ ਐਨ ਉਸ ਵੇਲੇ ਇਸ ਸੰਘਰਸ਼ ਨੂੰ ਸੱਟ ਮਾਰੀ ਹੈ ਜਦ ਇਹ ਸਿਖਰਾਂ ਪਰਤਾ, ਔਰ ਉਹਨੇ ਮੇਰੇ ਖਿਆਲ ਦੇ ਨਾਲ ਬਹੁਤ ਤਕੜਾ ਨੁਕਸਾਨ ਕਰਤਾ ਜਿਹੜਾ ਅਸੀਂ ਪੂਰਾ ਨਹੀਂ ਕਰ ਸਕਦੇ। ਸਾਨੂੰ ਉੱਥੇ ਇਹਨਾਂ ਗੱਲਾਂ 'ਚ ਉਲਝਣਾ ਪੈ ਗਿਆ। ਹੋ ਸਕਦਾ ਸਾਡੀ ਮੇਰੀ ਤਾਂ ਵੀ ਇਹ ਅਸੀਂ ਹੁਣ ਜਿੱਤ ਕੇ ਘਰ ਆ ਜਾਣਾ ਤਾਂ, ਜੇ ਕਿ ਸਾਨੂੰ ਇਹ ਨਾ ਮੋੜ ਪਾਉਂਦਾ। ਉਹਨੇ ਉਸ ਵੇਲੇ ਬੜੀ ਭਾਰੀ ਗਲਤੀ ਕਰੀ ਹੈ। ਮੈਂ ਤਾਂ ਨਹੀਂ ਕੁਛ ਕਹਿੰਦਾ ਉਹਦੇ ਬਾਰੇ। ਇਹ ਤਾਂ ਗਲਤੀ ਦੀ ਮਾਫੀ ਮਿਲ ਸਕਦੀ? ਹਾਂ ਜਾਂ ਨਾ?
ਨਹੀਂ, ਮੈਂ ਨਹੀਂ ਇਹ ਗੱਲ ਦੇ ਵਿੱਚ ਆ ਸਕਦਾ। ਮੇਰੇ ਵਾਸਤੇ ਜਵਾਬ ਬਾਹਰ, ਨਹੀਂ ਮੇਰੇ ਵਾਸਤੇ ਬਾਹਰ ਗੱਲ ਹੈ। ਠੀਕ ਹੈ ਜੀ। ਤੇ ਬਾਈ ਨਰਿੰਦਰ ਮੋਦੀ ਦੇ ਸਰਕਾਰ ਦੇ ਨਾਲ ਪਹਿਲਾਂ ਮੀਟਿੰਗਾਂ ਹੁੰਦੀਆਂ ਰਹੀਆਂ ਨੇ 26 ਤਰੀਕ ਤੋਂ ਪਹਿਲਾਂ, ਹੁਣ ਤਕਰੀਬਨ 2 ਤੋਂ 2.5 ਤਕਰੀਬਨ 3 ਮਹੀਨੇ ਹੀ ਹੋ ਚੁੱਕੇ ਨੇ, ਮੀਟਿੰਗ ਨਹੀਂ ਹੋਈ। ਅਗਲੀ ਮੀਟਿੰਗ ਦਾ ਬਹੁਤ ਬੇਸਬਰੀ ਦੇ ਨਾਲ ਇੰਤਜ਼ਾਰ ਆ। ਕਦੋਂ ਤੱਕ ਦੇਖਦੇ ਹੋ ਕਿ ਉਮੀਦ ਹੈਗੀ ਆ ਤੁਹਾਡੀ ਸੀਨੀਅਰ ਆਗੂਜ਼ ਦੇ ਨਾਲ ਵੀ ਮੀਟਿੰਗ ਗੱਲਬਾਤ ਹੁੰਦੀ ਹੋਣੀ ਮੀਟਿੰਗ ਦੇ ਸੰਬੰਧ ਦੇ ਵਿੱਚ? ਕਦੋਂ ਤੱਕ ਮੀਟਿੰਗ ਦਾ ਸੁਨੇਹਾ ਸਰਕਾਰ ਵੱਲੋਂ ਆ ਸਕਦਾ? ਦੇਖੋ, ਜਿਹੜੀ ਸਾਡੀ ਜ਼ਮੀਨ ਦੇ ਗਰਾਊਂਡ ਲੈਵਲ 'ਤੇ ਗੱਲਾਂ ਹੁੰਦੀਆਂ ਨੇ ਲੋਕਾਂ ਦੇ ਨਾਲ ਵਿੱਚ ਵਿਚਰਦੇ ਅਸੀਂ ਪਿੰਡਾਂ ਦੇ ਵਿੱਚ ਜਾ ਕੇ, ਉੱਥੇ ਗੱਲਾਂ ਇਹ ਨਿਕਲ ਜਾਂਦੀਆਂ ਵੀ ਮੀਟਿੰਗ ਹੋਵੇ ਨਾ ਹੋਵੇ, ਅਸੀਂ ਉੱਥੋਂ ਜਦ ਵਾਪਸੀ ਕਰਾਂਗੇ ਜਦ ਸਾਡੇ ਮਸਲੇ ਹੱਲ ਹੋ ਜਾਣਗੇ। ਬੇਸ਼ੱਕ ਅਸੀਂ ਅਗਲੀ ਇਲੈਕਸ਼ਨ ਤੱਕ ਵੀ ਉੱਥੇ ਬੈਠੇ ਹਾਂ, ਸਾਨੂੰ ਕੋਈ ਦਿੱਲੀ ਵੀ ਹੋਰ ਵਸਾਉਣੀ ਪੈ ਜਾਵੇ ਔਰ ਉੱਥੇ ਜਾ ਕੇ ਤੁਹਾਨੂੰ ਪੱਤਰਕਾਰਾਂ ਨੂੰ ਘੁੰਮ ਵੀ ਲੈਣਾ ਚਾਹੀਦਾ। ਅਸੀਂ ਤਾਂ ਉਹਦੇ ਮਕਾਨ ਆਪਣੇ ਇਹੋ ਜਿਹੇ ਬਣਾ ਲਏ ਉੱਥੇ ਬੈਠਣ ਵਾਲੇ ਵੀ ਜਿਨ੍ਹਾਂ ਵਿੱਚ ਜਿਹਾ ਜਿਹਾ ਸਮਾਂ ਆਉਂਦਾ ਸੀ ਉਹ ਜਿਹਾ ਕੱਟਣ ਨੂੰ ਤਿਆਰ ਆ, ਕਿਉਂਕਿ ਪਿੱਛੇ ਰਹਿੰਦੇ ਕੱਖ ਨਹੀਂ। ਬਿਨਾਂ ਅਸੀਂ ਕਾਨੂੰਨ ਰੱਦ ਕਰਾਏ ਘਰ ਮੁੜਨ ਦੀ ਕੋਈ ਨਹੀਂ ਬਣਦੀ ਹੈ। ਉਹ ਮੋਦੀ ਨੇ ਉਗਾਉਣ ਦੀ ਸਰਕਾਰ ਆ ਜੂਗੀ, ਅਸੀਂ ਉਹਦੇ ਨਾਲ ਹੀ ਲੜਨ ਨੂੰ ਤਿਆਰ ਹਾਂ। ਜਦ ਅਸੀਂ 100 ਸਾਲ ਲਾ ਕੇ ਆਪਣੇ ਦੇਸ਼ ਨੂੰ ਆਜ਼ਾਦ ਕਰਾ ਸਕਦੇ ਹਾਂ, ਦਿੱਲੀ ਵਾਲਾ ਸਾਡੇ ਵਾਸਤੇ ਕਿੰਨਾ ਔਖਾ ਹੈ। ਬਿਲਕੁਲ ਨਹੀਂ, ਅਸੀਂ ਆਪਣੇ ਹੱਕ ਲੈ ਕੇ ਹੀ ਵਾਪਸ ਆਵਾਂਗੇ। ਸਾਨੂੰ ਉਹਨਾਂ ਦੇ ਫੈਸਲੇ ਢੀਕ ਨਹੀਂ ਹੈ ਕੋਈ ਮੀਟਿੰਗ ਹੋਵੇ ਸਾਡਾ, ਹੁੰਦਿਆਂ ਨਹੀਂ ਹੁੰਦੀਆਂ ਅਸੀਂ ਤਾਂ ਆਪਣੇ ਜਿੱਕਣ ਬੈਠੇ ਲਾਗੂ ਨਹੀਂ ਹੋਣ ਦੇਣੇ। ਸਿਰਫ ਬੈਠਣ ਦੇ ਨਾਲ ਤੁਹਾਨੂੰ ਲੱਗਦਾ ਕਿ ਕਿਸਾਨਾਂ ਦੀ ਜਿੱਤ ਹੋ ਜਾਊਗੀ ਬਿਨਾਂ ਮੀਟਿੰਗ ਤੋਂ? ਬਿਲਕੁਲ ਇਹ ਹੋ ਜੂਗੀ। ਜਿੱਦਣ ਸਰਕਾਰ ਨੇ ਟੁੱਟ ਜਾਣਾ ਉਦੋਂ ਹੋ ਜਾਣੀ ਹੈ, ਤਾਂ ਹੋਈ ਉਹ ਪਈ ਹੈ। ਇਹ ਸਾਡੇ ਹੌਸਲੇ ਬੁਲੰਦ ਨੇ, ਇਰਾਦੇ ਸਾਡੇ ਸਹੀ ਟਿਕਾਣੇ ਪਰ ਖੜੇ ਨੇ। ਨੌਜਵਾਨ ਮੈਨੂੰ ਕਾਫੀ ਮਿਲਦੇ ਨੇ ਵੱਡੀ ਗਿਣਤੀ ਦੇ ਵਿੱਚ ਗਰਾਊਂਡ ਦੇ ਵਿੱਚ, ਜਦੋਂ ਅਸੀਂ ਕਵਰੇਜ ਕਰਦੇ ਹਾਂ ਮਿਲਦੇ ਨੇ। ਉਹਨਾਂ ਨੂੰ ਜੇ ਕੋਈ ਸਵਾਲ ਕਰੀਦਾ ਸੰਯੁਕਤ ਮੋਰਚੇ ਨੂੰ ਲੈ ਕੇ, ਉਹਨਾਂ ਦਾ ਇੱਕ ਕਹਿਣਾ ਹੈ ਕਿ ਅਸੀਂ ਅੱਜ ਵੀ ਕਿਸਾਨ ਆਗੂਆਂ ਦੇ ਨਾਲ ਆ, ਸੰਯੁਕਤ ਮੋਰਚੇ ਦੇ ਨਾਲ ਖੜੇ ਹਾਂ, ਪਰ ਇੱਕ ਇਹ ਡਰ ਆ ਕਿ 26 ਤਰੀਕ ਦੀ ਘਟਨਾ ਤੋਂ ਬਾਅਦ ਜੋ ਮੁਰਦਾਬਾਦ ਦੇ ਨਾਅਰੇ ਸਟੇਜ ਤੋਂ ਲੱਗੇ ਨੇ, ਨੌਜਵਾਨਾਂ ਨੂੰ ਗੱਦਾਰ ਤੱਕ ਕਿਹਾ ਗਿਆ, ਹੁਣ ਅਗਲੇ ਮਹੀਨੇ ਦੀ ਜਿਹੜਾ ਪਹਿਲੇ ਹਫ਼ਤੇ ਦੇ ਵਿੱਚ ਪਾਰਲੀਮੈਂਟ ਦੇ ਤੱਕ ਮਾਰਚ ਕਰਨ ਦਾ ਐਲਾਨ ਕਰ ਦਿੱਤਾ ਗਿਆ ਕਿ ਅਸੀਂ ਪਾਰਲੀਮੈਂਟ ਦਾ ਜੋ ਵੀ ਆਗੂਆਂ ਦਾ ਹੁਕਮ ਆ ਉਹ ਸਿਰੇ ਚੜ੍ਹਨ ਨੂੰ ਤਿਆਰ ਹਾਂ, ਪਰ ਜੇ ਕੋਈ ਅਣਸਖਾਵੀ ਘਟਨਾ ਹੋ ਜਾਂਦੀ ਹੈ ਕਿਤੇ ਸੰਯੁਕਤ ਮੋਰਚੇ ਦੇ ਆਗੂ ਸਾਨੂੰ ਫੇਰ ਗੱਦਾਰ ਦਾ ਸਰਟੀਫਿਕੇਟ ਤਾਂ ਨਹੀਂ ਜਾਰੀ ਕਰ ਦੇਣਗੇ? ਦੇਖੋ, ਸਾਫ਼ ਇਹ ਗੱਲ ਹੈ। ਇਹ ਨੌਜਵਾਨਾਂ ਨੂੰ ਮੈਂ ਪਹਿਲਾਂ ਵੀ ਕਿਹਾ ਵੀ ਜੋਸ਼ ਦੇ ਨਾਲ ਹੋਸ਼ 'ਤੇ ਵੀ ਕੰਮ ਲੈਣਾ ਚਾਹੀਦਾ। ਜਿਹੜੇ ਆਗੂ ਨੇ ਸਾਰੀ ਉਮਰ ਲਾਤੀ ਇਹ ਸੰਘਰਸ਼ ਨੂੰ ਕਿਸੇ ਬੰਨੇ ਲਾਉਣ ਵਾਸਤੇ, ਉਹਨਾਂ ਦੇ ਪਿੱਛੇ ਤੁਰਨ ਵਾਸਤੇ ਸਾਨੂੰ ਤਿਆਰ ਰਹਿਣਾ ਚਾਹੀਦਾ, ਨਾ ਕਿ ਆਮ ਮੁਹਾਰੇ ਚੱਲਣਾ ਚਾਹੀਦਾ। ਕਿਉਂਕਿ ਮੈਂ ਉਹਨਾਂ ਪਰ ਕਿਉਂ ਭਰੋਸਾ ਨਾ ਕਰਦਾ, ਉਹਨਾਂ ਦੇ ਨਾਲ ਸਾਡੇ ਜਿਹੜੇ ਬੁੱਧੀਜੀਵੀ ਨੇ, ਵਕੀਲ ਨੇ, ਜਿਨ੍ਹਾਂ ਤੋਂ ਅਸੀਂ ਜਾ ਕੇ ਸਹਾਇਤਾ ਨਾਲ ਅਸੀਂ ਇਨਸਾਫ ਮੰਗਦੇ ਹੁੰਦੇ ਹਾਂ, ਉਹ ਵੀ ਅੱਜ ਉਹਦੇ ਨਾਲ ਖੜੇ ਨੇ। ਫਿਰ ਜੇ ਉਹਨਾਂ ਕੋਲ ਕੋਈ ਗੁਣ ਹੈ ਤਦੇ ਖੜੇ ਨੇ ਵਕੀਲ ਉਹਨਾਂ ਦੇ ਨਾਲ। ਫਿਰ ਨੌਜਵਾਨ ਨੂੰ ਆਪਣੇ ਆਪ 'ਤੇ ਚਾਹੀਦਾ ਵੀ ਉਹਦੀ ਪੈਰ ਪਿੱਛੇ ਧਰ ਕੇ ਚੱਲਣਾ ਚਾਹੀਦਾ, ਨਾ ਕਿ ਮੂਹਰੇ ਹੋ ਕੇ ਤੁਰਨਾ ਚਾਹੀਦਾ। ਪਿੱਛੇ ਧਰਨ ਨੂੰ ਉਹੀ ਗੱਲ ਮੈਂ ਕੀਤੀ, ਆਗੂਆਂ ਦੇ ਨਾਲ ਤੁਰਨ ਨੂੰ, ਉਹਨਾਂ ਦੇ ਪਿੱਛੇ ਤੁਰਨ ਨੂੰ ਅੱਜ ਵੀ ਨੌਜਵਾਨ ਵੱਡੀ ਗਿਣਤੀ ਦੇ ਵਿੱਚ ਤਿਆਰ ਬਰ ਤਿਆਰ ਬੈਠਾ। ਪਰ ਜੇ ਕੋਈ ਅਣਸਖਾਵੀ ਘਟਨਾ ਹੋ ਜਾਂਦੀ ਹੈ, ਉਹਨਾਂ ਦਾ ਠੀਕਰਾ ਕਿਤੇ ਨੌਜਵਾਨਾਂ ਦੇ ਸਿਰ ਤਾਂ ਨਹੀਂ ਭੰਨਿਆ ਜਾਊਗਾ? ਦੇਖੋ, ਇਹ ਸਾਫ਼ ਇਹ ਗੱਲ ਹੈ, ਜੇ ਨੌਜਵਾਨ ਆਮ ਮੁਹਾਰੇ ਚੱਲਣਗੇ ਫਿਰ ਤਾਂ ਫੁੱਟੇ ਜਾਣਾ। ਨੌਜਵਾਨ ਨੂੰ ਹੁਣ ਤਾਂ ਸੋਝੀ ਨਹੀਂ ਚਾਹੀਦੀ, ਉਹਨੂੰ ਠੋਕਰ ਲੱਗ ਲਈ, ਉਹਨਾਂ ਨੂੰ ਆਪ ਮੁਹਾਰੇ ਨਹੀਂ ਚੱਲਣਾ ਚਾਹੀਦਾ, ਉਹਦੇ ਪਿੱਛੇ ਤੋਂ। ਕਿਉਂਕਿ ਜੇ ਕੋਈ ਇਹੋ ਜਿਹੀ ਗੱਲ ਹੁੰਦੀ ਤਾਂ ਉਹਨਾਂ ਆਪਣਾ ਠੋਣਾ ਫੁੱਟੇ, ਆਗੂ ਤੇ ਹੀ ਫੁੱਟੇ। ਇਹ ਤਾਂ ਸਾਡੀ ਸਮਝ ਹੋਣੀ ਚਾਹੀਦੀ, ਆਪਣੇ ਆਪ ਹੋ ਜਾਣੀ ਚਾਹੀਦੀ ਹੈ। ਕਿਉਂ ਅਸੀਂ ਆਪਣੇ ਗਲ ਮੂਹਰੇ ਪਾਈਏ, ਮੂਹਰੇ ਹੋ ਗਏ ਸਮਝਾ ਕੋ ਵੀ ਸਾਨੂੰ ਤੁਸੀਂ ਹੁਕਮ ਕਰੋ ਕੀ ਕਰਨਾ, ਆਪ ਹੀ ਸਹੀ ਕਦਮ ਆ ਜਾਊਗਾ ਮੂਹਰੇ, ਇਹ 'ਚ ਕੋਈ ਫਰਕ ਹੀ ਨਹੀਂ ਹੈਗਾ। ਤਕਰੀਬਨ ਜਿਹੜਾ ਹਰ ਧੜਾ ਹੈ ਉਹ ਸੰਘਰਸ਼ ਦੀ ਜਿਹੜੀ ਹਮਾਇਤ ਕਰ ਰਿਹਾ, ਪਰ ਕਈ ਜਗ੍ਹਾ ਜਿਵੇਂ ਮਲੌਟ ਦੇ ਵਿੱਚ ਪਿਛਲੇ ਦਿਨੀ ਹੋਏ ਘਟਨਾਕ੍ਰਮ, ਬੀਜੇਪੀ ਦੇ ਜਿੱਤੇ ਹੋਏ MLA ਦੇ ਜਿਹੜੇ ਕੱਪੜੇ ਤੱਕ ਪਾੜੇ ਗਏ, ਅਲਫ ਨੰਗਾ ਉਹਨਾਂ ਨੂੰ ਕਰ ਦਿੱਤਾ ਗਿਆ। ਕਾਫੀ ਲੋਕ ਨੇ, ਕਾਫੀ ਕਿਸਾਨ ਨੇ ਜਿਹੜੇ ਉਸ ਦੀ ਹਮਾਇਤ ਕਰ ਰਹੇ ਨੇ ਕਿ ਸਾਨੂੰ ਇਹਨਾਂ ਵੱਲੋਂ, ਬੀਜੇਪੀ ਦੇ ਕੁਝ ਆਗੂਆਂ ਵੱਲੋਂ ਅੱਤਵਾਦੀ ਤੱਕ ਕਿਹਾ ਗਿਆ, ਨਕਸਲਵਾਦੀ ਤੱਕ ਕਿਹਾ ਗਿਆ। ਉਸ ਚੀਜ਼ ਦਾ ਗੁੱਸਾ ਸੀ। ਹਰਨੇਕ ਸਿੰਘ ਭੱਲ-ਮਾਜਰਾ ਦੀ ਕੀ ਸੋਚ ਆ ਕਿ ਜੋ ਉਹਨਾਂ ਦੇ ਨਾਲ ਕੁੱਟਮਾਰ ਹੋਈ, ਜੋ ਘਟਨਾਕ੍ਰਮ ਹੋਇਆ, ਉਹ ਕਿਸਾਨ ਆਗੂਆਂ ਦਾ ਗੁੱਸਾ ਸੀ? ਦੇਖੋ, ਜੇ ਅਸੀਂ ਉਸ ਗੱਲ ਦੇ, ਸਰਕਾਰ ਨੇ ਤਾਂ ਸੰਘਰਸ਼ ਨੂੰ ਬਦਨਾਮ ਕਰਨ ਵਾਸਤੇ ਆਪਣੇ ਹੱਥ ਕੰਡੇ ਵਰਤਣੇ ਹੀ ਨੇ। ਅਸੀਂ ਦੇਖਿਆ ਸਾਡੀ ਜਿੱਤ ਕਿਵੇਂ ਪ੍ਰਾਪਤ ਹੁੰਦੀ ਹੈ, ਅਸੀਂ ਨੁਕਸਾਨ ਤੋਂ ਕਿਵੇਂ ਬਚਦੇ ਹਾਂ। ਸਾਡੇ 2 ਜ਼ਿੰਮੇਵਾਰੀਆਂ ਬਣਦੀਆਂ ਨੇ, ਅਸੀਂ ਆਪਣਾ ਨੁਕਸਾਨ ਨਾ ਕਰਾਈਏ, ਅਸੀਂ ਆਪਣੀ ਜਿੱਤ ਵੀ ਹਾਸਲ ਕਰਨੀ ਹੈ। ਸਰਕਾਰ ਨੇ ਸਾਨੂੰ ਬਦਨਾਮ ਕਰਨਾ, ਕਿਸੇ ਨਾਲ ਕੋਈ ਲੜਾਉਣਾ ਹੈ, ਸਾਨੂੰ ਆਪਸ ਵਿੱਚ ਲੜਾਉਣਾ, ਚਾਹੇ ਆਪ ਲੜਨਾ, ਉਹਦਾ ਬਹਾਨਾ ਲੈਣਾ ਕੋਈ ਨਾ ਕੋਈ, ਅਸੀਂ ਉਹ ਤੋਂ ਬਚਣਾ ਵੀ ਹੈ। ਉਹ ਕਿਸਾਨਾਂ ਨੇ ਨਹੀਂ ਕੀਤਾ ਜੋ ਘਟਨਾਕ੍ਰਮ ਹੋਇਆ, ਜਿਹੜਾ ਮਲੌਟ ਵਾਲਾ ਹੋਇਆ, ਕੁੱਟਮਾਰ ਹੋਈ ਬੀਜੇਪੀ MLA ਦੀ। ਗੱਲ ਉੱਥੇ ਫੇਰ ਆ ਗਈ, ਜੇ ਉਹ ਸਾਨੂੰ ਆਪ ਚੁਸਤੀ ਦੇ ਨਾਲ ਲੜਾਉਣਾ ਚਾਹੁੰਦੇ ਨੇ, ਕੋਈ ਚਾਂਸ ਇਹੋ ਜਿਹਾ ਦਿੰਦੇ ਨੇ,
ਤਾਂ ਸਾਨੂੰ ਉਹ ਤੋਂ ਬਚ ਰਹਿਣਾ ਚਾਹੀਦਾ ਤਾਂ ਕਿ ਸਾਡਾ ਸੰਘਰਸ਼ ਦਾ ਕੋਈ ਨੁਕਸਾਨ ਨਾ ਹੋਵੇ। ਮੇਰੇ ਕਹਿਣ ਮੁਤਾਬਕ ਉਹ ਕੰਮ ਗਲਤ ਹੋਇਆ, ਤੇਜ਼ੀ 'ਚ ਆ ਕੇ ਗੁੱਸੇ 'ਚ ਆ ਕੇ ਬੰਦਿਆਂ 'ਤੇ ਨਹੀਂ ਸੰਭਲਿਆ ਗਿਆ ਉਹ ਗੱਲ ਵੱਖਰੀ, ਕਿਉਂਕਿ ਉਹ ਸਾਨੂੰ ਨਿਉਂਦਾ ਦੁੱਗਣਾ ਪਾ ਰਹੇ ਨੇ। ਉਹ ਨਿਉਂਦਾ ਮੋੜਨ ਖਾਤਰ ਬਹੁਤੇ ਖਿਆਲ ਨੇ, ਪਰ ਜਿਹੜੀ ਮੈਂ ਇਹ ਗੱਲ ਨਾਲ ਸਹਿਮਤ ਨਹੀਂ, ਉਹਨੂੰ ਜੇ ਉਹ ਸਦਾਈ ਤਾਂ ਸਾਨੂੰ ਸਦਾਈ ਨਹੀਂ ਹੋਣਾ ਚਾਹੀਦਾ। ਹਰਜੀਤ ਗਰੇਵਾਲ ਨੇ ਪੰਜਾਬ ਬੀਜੇਪੀ ਦੇ ਆਗੂ, ਉਹਨਾਂ ਨੇ ਪਿੱਛੇ ਜੇ ਇੱਕ ਬਿਆਨ ਦਿੱਤਾ ਕਿ ਚਾਹੇ ਕਿਸਾਨ 10 ਸਾਲ ਧਰਨਿਆਂ 'ਤੇ ਬੈਠੇ ਰਹਿਣ, ਕਾਨੂੰਨ ਰੱਦ ਨਹੀਂ ਹੋਣੇ। ਸਰਜੀਤ ਗਰੇਵਾਲ ਦਾ ਕੋਈ ਬਾਪ ਵਾਲਾ ਰਾਜ ਨਹੀਂ ਹੈ। ਉਹਦਾ ਕੀ ਕਿੱਲੇ ਗੱਡੇ ਬਣੇ ਵੀ ਉਹ ਕਿੰਨੇ ਕੁ ਸਾਲ ਰਹਿਣਾ ਉਹਨੇ, ਕੋਈ ਗੱਲ ਨਹੀਂ। ਜੇ ਉਹ ਨਹੀਂ ਰੱਦ ਕਰਦੇ ਅਸੀਂ ਕਿਹੜਾ ਲਾਗੂ ਹੋਣ ਦਿੰਦੇ ਆ, ਫਿਰ ਉਹ ਰੱਦ ਨਹੀਂ ਕਰਦੇ ਅਸੀਂ ਲਾਗੂ ਨਹੀਂ ਹੋਣ ਦੇ। ਬੈਠੇ ਉਹਦੇ ਜਿਹਨਾਂ ਕੋਲ ਦਮ ਹੈ ਫਿਰ ਲਾਗੂ ਕਰ ਲੈਣ। ਅਸੀਂ ਆਪਣੀ ਜ਼ਮੀਨ ਜੇ ਜ਼ਿਆਦਾ ਵੀ ਗੱਲ ਆ ਜਾਂਦੀ ਆ, ਸਾਡੇ ਵਿਚਾਰਾਂ ਚੱਲਦੀਆਂ ਨੇ, ਅਸੀਂ ਤਾਂ ਆਪਣੀ ਖਾਣ ਜੋਗ ਬੀਜ ਲਾਂਗੇ। ਸਾਡੇ ਕੋਲ ਮਜ਼ਦੂਰ ਭਰਾ ਨੇ, ਅਸੀਂ ਵੰਡ ਕੇ, ਜਿਵੇਂ ਪਹਿਲਾਂ ਵੀ ਸਾਡੇ ਬਜ਼ੁਰਗ ਇਹ ਕੰਮ ਨੂੰ ਚਲਾਉਂਦੇ ਹੀ ਆਏ ਨੇ, ਅਸੀਂ ਹੱਥ ਵਟਾ ਕੇ ਚੱਲਾਂਗੇ। ਉਹਨਾਂ ਨੂੰ ਵੀ ਆਪਣੇ ਨਾਲ ਲਾ ਕੇ ਅਸੀਂ ਖਾਣ ਜੋਗ ਬੀਜ ਲਿਆ ਕਰਾਂਗੇ। ਬੀਜੇਪੀ ਆਪਣੀ ਜਿੱਥੇ ਲਿਆਉਣੀ ਲੈ ਜਾ ਕੇ, ਸਾਨੂੰ ਕੀ ਫਰਕ ਇਹਦੇ ਵਿੱਚ ਜੀ। ਪੰਜਾਬ ਦੀਆਂ ਸਿਆਸੀ ਪਾਰਟੀਆਂ ਦੀ ਆਪਾਂ ਗੱਲ ਕਰੀਏ, ਪਿਛਲੇ ਦਿਨਾਂ ਤੋਂ ਦੇਖ ਰਹੇ ਹਾਂ ਕਿ ਜਿੱਥੇ ਜਿੱਥੇ ਕਿਸਾਨਾਂ ਦੇ ਧਰਨੇ ਹੁੰਦੇ ਨੇ, ਕਾਫੀ ਸਿਆਸੀ ਪਾਰਟੀਆਂ ਵੱਲੋਂ ਜੋ ਕਿਸਾਨਾਂ ਦੀ ਹਮਾਇਤੀ ਕਹਾਉਂਦੀਆਂ ਨੇ, ਹਤੈਸ਼ੀ ਕਹਾਉਂਦੀਆਂ ਨੇ, ਉਹਨਾਂ ਵੱਲੋਂ ਆਪਣੇ ਪ੍ਰੋਗਰਾਮ ਦੇ ਦਿੱਤੇ ਜਾਂਦੇ ਨੇ। ਕੀ ਤੁਹਾਨੂੰ ਲੱਗਦਾ ਇਹੋ ਬੀਜੇਪੀ ਦੇ ਇਸ਼ਾਰੇ 'ਤੇ ਕੰਮ ਹੋ ਰਿਹਾ, ਜਾਂ ਕੀ ਕਾਰਨ ਹੈਗਾ ਬਰਾਬਰ ਜਿਹੜਾ ਪ੍ਰੋਗਰਾਮ ਦੇਣ ਦਾ ਕਿਸਾਨਾਂ ਦੇ? ਦੇਖੋ, ਸਾਫ਼ ਗੱਲ ਹੈ ਇਹ, ਸਾਡੀ ਮਾੜੀ ਕਿਸਮਤ ਇਹ ਹੈ ਆਮ ਪਬਲਿਕ ਦੀ, ਅਸੀਂ ਚੋਰਾਂ ਨੂੰ ਪਛਾਣਦੇ ਹੀ ਨਹੀਂ। ਜੇ ਅਸੀਂ ਰੌਲਾ ਪਾਉਂਦੇ ਵੀ ਹੈ ਤਾਂ ਇਹ ਪਛਾਣ ਕੇ ਵੀ ਪਤਾ ਨਹੀਂ ਕਿਹੜੀ ਚੀਜ਼ ਪਛਾਣਦੇ ਨੇ, ਉਹਨਾਂ ਦੀ ਗੋਦੀ 'ਚ ਫੇਰ ਜਾ ਵੜਦੇ ਨੇ। ਪਾਰਟੀ, ਸਿਆਸੀ ਪਾਰਟੀ ਚਾਹੇ ਕੋਈ ਵੀ ਹੈ, ਮੈਂ ਸਾਫ਼ ਕਹਿ ਦੇਣਾ, ਕਾਂਗਰਸ ਹੈ ਚਾਹੇ ਅਕਾਲੀ ਹੈ, ਚਾਹੇ ਆਪ ਵਾਲੇ ਨੇ, ਚਾਹੇ ਬੀਜੇਪੀ, ਤਾਂ ਸਾਨੂੰ ਸਾਹਮਣੇ ਦਿਖ ਰਹੀ ਹੈ। ਇਹ ਪਬਲਿਕ ਦੇ, ਕਿਸਾਨ ਦੇ ਹਮਾਇਤੀ ਹਣੇ ਨਹੀਂ। ਇਹਨਾਂ ਪਾਰਟੀਆਂ ਦੀ ਕਰਤੂਤ ਨਾਲ, ਇਹਨਾਂ ਪਾਰਟੀਆਂ ਦੀ ਵਜ੍ਹਾ ਨਾਲ ਸਾਨੂੰ ਜਾ ਕੇ ਦਿੱਲੀ ਬੈਠਣਾ ਪਿਆ। ਜੇ ਇਹਨਾਂ ਪਾਰਟੀਆਂ ਕੋਲ ਇਮਾਨਦਾਰੀ ਹੁੰਦੀ, ਅਕਾਲੀਆਂ ਕੋਲ ਹੁੰਦੀ, ਕਾਂਗਰਸੀਆਂ ਕੋਲ ਹੁੰਦੀ, ਤਾਂ ਸਾਨੂੰ ਅੱਜ ਦਿੱਲੀ ਡੇਰੇ ਲਾਉਣੇ ਨਹੀਂ ਤੇ ਪੈਣੇ। ਕਿਉਂਕਿ ਸਾਡਾ ਘਰ ਦਾ ਲਾਣੇਦਾਰ ਹੁੰਦਾ, ਉਹਦੇ ਉੱਪਰ ਅਸੀਂ ਭਰੋਸਾ ਕਰਦੇ ਹੁੰਦੇ ਹਾਂ। ਉਹਨੇ ਆਪਣੀ ਗੱਡੀ ਕਿਸ ਨੂੰ ਚਲਾਉਣਾ ਹੁੰਦਾ। ਅਸੀਂ ਇਹਨਾਂ ਨੂੰ ਚੁਣ ਕੇ ਭੇਜ ਦਿੱਤੇ ਵੀ ਸਾਡੇ ਪੰਜਾਬ ਨੂੰ, ਸਾਡੀ ਖੇਤੀ ਨੂੰ, ਸਾਡੇ ਹੱਕਾਂ ਨੂੰ ਸਾਂਭਣਗੇ, ਪਰ ਇਹ ਅੰਦਰੋਂ ਅੰਦਰ ਸਾਰੇ ਰਲ ਕੇ ਆਪਣੇ ਹਿੱਸੇ ਪਾਉਣ ਦੇ ਮਾਰੇ ਇਹ ਸਾਨੂੰ ਵੇਚੀਂਗੇ। ਸਾਡੀ ਬਦਕਿਸਮਤੀ ਇਹ ਸੀ ਵੀ ਅਸੀਂ ਬਥੇਰਾ ਲੋਕਾਂ ਨੂੰ ਪਿੰਡਾਂ ਜਾ ਕੇ ਜਗਾਇਆ ਵੀ ਹੈ, ਪਰ ਉਹ ਜਾਗੇ ਨਹੀਂ। ਅੱਜ ਵੀ ਫੇਰ ਇਹਦੀ ਝੋਲੀ ਜਾ ਕੇ ਗਿਰ ਜਾਂਦੇ ਨੇ। ਇਹ ਤਾਂ ਸਮਕਾ ਸਾਡੇ ਖੋਰਾ ਲਾਉਣ ਵਾਲੇ ਨੇ, ਪੁੱਠੇ ਛੁਰੀ ਮਾਰਨ ਵਾਲੇ, ਸਾਫ਼ ਗੱਲ ਹੈ ਇਹ ਸਾਨੂੰ ਤਾਂ ਉੱਪਰਲੀਆਂ ਗੱਲਾਂ ਨਹੀਂ ਹੁੰਦੀਆਂ। ਤਦੇ ਇਹ ਸਮਕਾ ਸਾਡੇ ਵਿਰੋਧ ਦੇ ਵਿੱਚ ਆਪਣਾ ਫੈਸਲਾ ਅੱਡ ਲੈ ਖੜ ਜਾਂਦੇ ਨੇ। ਸਾਡੀ ਹਮਾਇਤ ਨਾਲ ਕੀ ਕਰਨੀ ਹੈ, ਸਾਨੂੰ ਆਪ ਸਮਝਣਾ ਚਾਹੀਦੀ ਹੈ, ਇਹਨਾਂ ਤੋਂ ਸਾਨੂੰ ਬਚਣਾ ਚਾਹੀਦਾ। ਤੁਸੀਂ ਕਿਹਾ ਕਿ ਕਿਸੇ ਵੀ ਸਿਆਸੀ ਪਾਰਟੀ 'ਤੇ ਭਰੋਸਾ ਨਹੀਂ ਕੀਤਾ ਜਾ ਸਕਦਾ। 2022 ਦੀ ਇਲੈਕਸ਼ਨ ਬਹੁਤ ਨੇੜੇ ਆ। ਕੀ ਦੇਖਦੇ ਹੋ ਕਿ ਸੰਯੁਕਤ ਕਿਸਾਨ ਮੋਰਚੇ ਦੇ ਵਿੱਚੋਂ ਕੋਈ ਨਾ ਕੋਈ ਪਾਰਟੀ ਨਿਕਲਦੀ ਦੇਖ ਰਹੇ ਹੋ? ਕੋਈ ਹੋ ਸਕਦਾ ਕਿ ਕਿਸਾਨੀ ਪਾਰਟੀ ਦਾ ਜਿਹੜਾ ਜਨਮ ਹੋਵੇ ਇਸ ਸੰਘਰਸ਼ ਦੇ ਵਿੱਚੋਂ? ਦੇਖੇ, ਇਹ ਜਿਹੜਾ ਫੈਸਲਾ ਹੈ ਨਾ, ਇਹ ਹਾਈ ਕਮਾਂਡ ਦੇ ਕਰਨ ਵਾਲਾ। ਕੀ ਕਰਦੇ ਨੇ ਕੀ ਨਹੀਂ ਕਰਦੇ ਉਹਦੇ ਵਿੱਚ ਮੈਂ ਕੁਛ ਨਹੀਂ ਕਹਿ ਸਕਦਾ। ਇਹਨਾਂ ਦੇ ਕੰਮ ਨੇ, ਮੈਂ ਇੱਦਾਂ ਹੀ ਬੜੀ ਨਾ ਕੋਈ ਫੈਸਲਾ ਨਾ, ਮੈਂ ਇਹ ਸੋਚ ਰੱਖਦਾ ਗੱਲ। ਆਪਣੇ ਪਰਸਨਲ ਵਿਊ ਤਾਂ ਦੇ ਸਕਦੇ ਹੋ ਨਾ ਤੁਸੀਂ, ਹਰ ਗੱਲ ਤੇ ਕਹਿੰਦੇ ਹੋ ਹਾਈ ਕਮਾਂਡ। ਚਲੋ ਸਤਿਕਾਰਯੋਗ ਹੋ ਤੁਸੀਂ, ਹਾਈ ਕਮਾਂਡ ਤੇ ਫੈਸਲਾ ਛੱਡ ਰਹੇ ਹੋ, ਪਰ ਹਰਨੇਕ ਸਿੰਘ ਆਪਣੇ ਤੌਰ ਤੇ ਕੀ ਸੋਚਦੇ ਨੇ ਕਿ ਹੋ ਸਕਦਾ ਹੈ ਕਿ ਨਿਕਲਣੀ ਚਾਹੀਦੀ ਹੈ ਇਹ ਪਾਰਟੀ, ਜੋ ਸਿਆਸੀ ਪਾਰਟੀ ਆ? ਮੇਰਾ ਜਿਹੜਾ ਆਪਣਾ ਖਿਆਲ ਹੈ ਸਾਫ਼ ਸੁਥਰਾ, ਜੇ ਸਾਡੀਆਂ ਜਥੇਬੰਦੀਆਂ, ਸਾਡੇ ਨੌਜਵਾਨ ਇਹ ਸੰਘਰਸ਼ਾਂ ਨੂੰ, ਜਥੇਬੰਦੀਆਂ ਨੂੰ ਮੁੱਖ ਰੱਖ ਕੇ ਸਮਝ ਦੇ ਨਾਲ ਆਪਣੇ ਪੈਰਾਂ ਪਰ ਇਕਜੁੱਟ ਹੋ ਕੇ ਖੜੇ ਰਹਿਣ, ਤਾਂ ਸਰਕਾਰ ਚਾਹੇ ਕਿਸੇ ਦੀ ਵੀ ਆ ਜਾਵੇ ਉਹ ਧੱਕਾ ਨਹੀਂ ਕਰ ਸਕਦੀ। ਪ੍ਰਧਾਨ ਜੀ, ਸਮਾਪਤੀ ਵੱਲ ਆਪਾਂ ਵੱਧਦੇ ਹਾਂ। ਕਿਸਾਨਾਂ ਨੂੰ ਬਹੁਤ ਵਿਰੋਧ ਵੀ ਹੋ ਰਿਹਾ ਹੈ ਪਾਰਟੀ ਦੇ ਵਰਕਰਾਂ ਵੱਲੋਂ, ਬੀਜੇਪੀ ਪਾਰਟੀ ਦੇ ਖਾਸ ਤੌਰ ਤੇ ਵਰਕਰਾਂ ਵੱਲੋਂ ਸਵਾਲ ਚੱਕੇ ਜਾ ਰਹੇ ਨੇ ਕਿ ਗੱਡੀਆਂ ਦੇ ਵਿੱਚ 15-15, 20-20 ਲੱਖ ਦੀਆਂ ਗੱਡੀਆਂ ਦੇ ਵਿੱਚ ਘੁੰਮਣ ਵਾਲਾ ਕਦੇ ਕਿਸਾਨ ਨਹੀਂ ਹੋ ਸਕਦਾ, ਸੜਕਾਂ ਦੇ ਧਰਨੇ ਦੇਣ ਵਾਲਾ ਕਦੇ ਕਿਸਾਨ ਨਹੀਂ ਹੋ ਸਕਦਾ, ਅਸਲੀ ਕਿਸਾਨ ਜਿਹੜਾ ਆਪਣੇ ਖੇਤਾਂ ਦੇ ਵਿੱਚ ਕੰਮ ਕਰ ਰਿਹਾ। ਕੀ ਤੁਸੀਂ ਇਹਦੇ ਨਾਲ ਇਤਫਾਕ ਰੱਖਦੇ ਹੋ ਕਿ ਜੋ ਗੱਡੀਆਂ ਲੈਣਾ ਉਹ ਕਿਸਾਨ ਨਹੀਂ ਲੈ ਸਕਦਾ, ਜਾਂ ਕਿਸ ਤਰ੍ਹਾਂ ਹੈਗਾ? ਦੇਖੋ, ਇਹ ਇੱਕ ਸਵਾਲ ਤੇਰਾ ਬੜਾ ਘੁਲਮਾ ਜਿਹਾ, ਮੈਂ ਜਵਾਬ ਸਹੀ ਤਰੀਕੇ ਨਾਲ ਦਊਂਗਾ ਜੀ। ਕੁਦਰਤ ਨੇ ਸਾਤੋਂ ਕੁਛ ਨਹੀਂ ਲੁਕੋਇਆ। ਉਹ ਕਹਿੰਦੇ ਆ ਵੀ ਆਪਣੀ ਮਿਹਨਤ ਕਰ, ਆਪਣਾ ਹੱਕ ਖੋਣ ਦੇ ਨਾ, ਕਿਸੇ ਦਾ ਹੱਕ ਖੋ ਨਾ। ਕਿਸਾਨ ਜਿਹੜਾ ਹੈਗਾ, ਉਹਨੇ ਜਦ ਜਨਮ ਲਿਆ, ਉਹ ਨਾ ਤਾਂ ਰਿਸ਼ਵਤ ਨਾਲ ਜਨਮ ਹੋਇਆ ਉਹਦਾ, ਕਿਸਾਨ ਦੇ ਘਰ, ਨਾ ਉਹਦੀ ਆਪਣੀ ਮਰਜ਼ੀ ਨਾਲ ਹੋਇਆ। ਜਿਹਾ ਉਹਨੇ ਪਿੱਛੇ ਬੀਜਿਆ, ਉਹ ਅੱਜ ਉਹਨੇ ਉਹ ਜਿਹੇ ਘਰ ਜਾ ਕੇ ਵੱਢ ਲਿਆ।
ਉਹਨੂੰ ਉਹਦਾ ਹੱਕ ਮਿਲਣਾ ਚਾਹੀਦਾ। ਫਿਰ ਉਹ ਗੱਡੀ ਖਰੀਦੇ, ਸਾਈਕਲ ਖਰੀਦੇ, ਉਹਦੀ ਆਪਣੀ ਪਹੁੰਚ ਹੈ। ਇਹ ਪਰ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ, ਕਿਉਂਕਿ ਉਹਦੀ ਆਪਣੀ ਆਮਦਨ ਹੈ। ਕਿਉਂ ਨਹੀਂ ਕਿਸਾਨ, ਕਿਉਂ ਨਹੀਂ ਬੜੀ ਗੱਡੀ 'ਚ ਵੜ ਸਕਦਾ ਵੀ? ਇਹ 'ਚ ਕੀ ਮਿਹਣਾ ਕਿਸੇ ਨੂੰ? ਜੇ ਇੱਕ MLA, ਮੈਂ ਆਪਣੀ ਸਾਫ਼ ਗੱਲ ਕਰ ਦਿੰਦਾ, ਮੇਰੀ ਨਿਗਾਹ ਦੇ ਵਿੱਚ ਨੱਚਦਾ ਤਾਂ ਉਹ ਨੱਚਦਾ ਕਿਸੇ ਕੋਲ ਦੁੱਗੀ ਲੱਗ ਗਈ, ਉਹ MLA ਬਣ ਗਿਆ। ਅੱਜ ਉਹਦਾ ਬੱਚੇ ਕੋਲ ਗੱਡੀ ਹੈ, ਸ਼ਹਿਰ 'ਚ ਕੋਠੀ ਹੈ, ਜ਼ਮੀਨ ਪਤਾ ਨਹੀਂ ਕਿੰਨੀ ਬਣਾ ਰਹੀ ਹੋਣੀ ਹੈ। ਉਹ ਕਿੱਥੋਂ ਲੈ ਕੇ ਨਿਸ਼ਾਨਾ ਬਹੁਤ ਵੱਡੇ ਲੀਡਰ ਤੇ ਮਾਰ ਰਹੇ ਹੋ ਤੁਸੀਂ। ਕੋਈ ਗੱਲ ਨਹੀਂ, ਫਿਰ ਇਹ 'ਚ ਕਿਹੜਾ ਸੱਚ ਹੈ? ਇਹਦੇ ਵਿੱਚ ਮੈਂ ਉਹਦੇ ਮੂੰਹ ਤੇ ਕਹਿ ਦੂੰਗਾ ਗੱਲ ਨੂੰ, ਇਹ 'ਚ ਕੋਈ ਝੂਠ ਨਹੀਂ। ਮੈਂ ਆਪ ਦੇਖਿਆ ਸੁਣਿਆ ਉਹਨੂੰ ਪ੍ਰੋਗਰਾਮ ਕਰਦੇ ਨੂੰ। ਨਾਮ ਲੈ ਸਕਦੇ ਹੋ? ਹਾਂ, ਲੈ ਲੈਂਦੇ ਹਾਂ। ਸਾਧੂ ਸਿੰਘ ਧਰਮਸੋਤ ਦੀ ਗੱਲ ਕਰ ਰਿਹਾ ਮੈਂ, ਸਾਧੂ ਸਿੰਘ ਧਰਮਸੋਤ ਦੀ ਗੱਲ ਕਰ ਰਿਹਾ। ਅਸੀਂ, ਮੈਂ ਆਪ ਦੇਖਿਆ ਉਹ ਪ੍ਰੋਗਰਾਮ ਕਰਦਾ, ਅਸੀਂ ਸੁਣਦੇ ਤੇ ਉਹਨੂੰ ਜਾ ਕੇ। ਉਹਦੇ ਕੋਲ ਪੈਸਾ ਕਿੱਥੋਂ ਆ ਗਿਆ? ਅਸੀਂ ਇੱਕ ਜ਼ਿਮੀਂਦਾਰ ਦੇ ਘਰ ਜਨਮ ਲਿਆ ਸਾਡਾ, ਅਸੀਂ ਪਿੱਛੇ ਕਿਉਂ ਹਟ ਗਏ? ਕਾਕਾ ਜੀ, ਸਾਫ਼ ਗੱਲ ਹੈ, ਤੁਸੀਂ ਪੁੱਛ ਲਈ, ਮੈਂ ਦੱਸਣ ਤੋਂ ਕੋਈ ਜਰਕਦਾ ਨਹੀਂ ਹੈਗਾ। ਕਿਸਾਨ ਕਿੱਥੇ ਖੜਾ? ਸਾਡੀ ਸਰਕਾਰ ਦੀ ਮਾੜੀ ਨੀਤੀ ਕਾਰਨ। ਅੱਜ ਸਾਫ਼ ਗੱਲ ਹੈ, 100 ਵਾਰ ਤੋਲ ਲਿਓ ਇਹਨੂੰ, ਇੱਕ ਸੱਚ ਹੈ, ਕਿਸਾਨ 1 ਸਾਲ ਦੇ ਵਿੱਚ 1 ਏਕੜ ਦੇ ਪਿੱਛੇ 3 ਲੱਖ ਰੁਪਇਆ ਘਾਟਾ ਪਾਉਂਦਾ। ਇਮਾਨਦਾਰੀ ਦੀ ਤੱਕੜੀ ਹੈ, ਗੁਰੂ ਨਾਨਕ ਦੇਵ ਜੀ ਨਾ ਕੇ ਬਾਦਲਾਂ ਦੀ ਤੱਕੜੀ ਹੈ। ਜੇ ਸਾਨੂੰ ਉਹ ਸਾਡਾ ਸਹੀ ਰੇਟ ਮਿਲਦਾ ਸੀ, ਕਿਸੇ ਦਾ ਨਹੀਂ ਖੋਣਾ। ਮੈਂ 5 ਏਕੜ ਦੇ ਲੈ ਚਲਾ ਕਿ ਤੈਨੂੰ ਆਧਾਰਨ ਦੇ ਤੌਰ ਤੇ 5 ਏਕੜ ਵਾਲਾ ਕਿਸਾਨ 1 ਏਕੜ ਘਰਾਂ ਰੱਖ ਲਿਆ, ਉਹਨੇ ਗੰਨਾ ਬੀਜ ਲਿਆ, ਕੱਖ ਬੀਜ ਲਏ, ਕਣਕ ਬੀਜ ਘਰ ਰਹਿ ਗਿਆ। 4 ਏਕੜ ਦਾ ਮੰਡੀ 'ਚ ਲੈ ਕੇ ਗਿਆ ਉਹ। ਜੇ 3 ਲੱਖ ਦੇ ਹਿਸਾਬ ਨਾਲ ਘਾਟਾ ਜਿਹੜਾ ਆਪਾਂ ਗਿਣਾਂਗੇ, 4 ਜਾਂ 12 ਲੱਖ ਰੁਪਇਆ ਘਾਟਾ ਹੱਸ ਕੇ ਆ ਗਿਆ ਘਰ ਨੂੰ ਪਾ ਕੇ। ਜਦੋਂ ਹਰ ਸਾਲ 12 ਲੱਖ ਰੁਪਇਆ ਘਾਟਾ ਪਾਉਂਦਾ, ਜੇ ਉਹਨੂੰ ਉਹਦੀ ਆਪਣੀ ਮਿਹਨਤ ਆ, ਉਹਦਾ ਆਪਣਾ ਹੱਕ ਹੈ, ਜੇ ਉਹਨੂੰ ਉਹ ਮਿਲ ਜਾਂਦਾ, ਫਿਰ ਕਿਉਂ ਨਹੀਂ ਗੱਡੀ ਲੈ ਸਕਦਾ ਆਪਣੀ? ਉਹ ਕਿਉਂ ਬੁਰਾ ਲੱਗਦਾ ਵੀ ਇਹ ਮੋਟਰਸਾਈਕਲ 'ਤੇ ਕਿਉਂ ਚੜ੍ਹ ਗਿਆ? ਇੱਕ ਗੱਲ ਹੋਰ ਹੈ ਮੇਰੀ ਕਹਿ, ਤੁਸੀਂ ਜੇ ਛੇੜ ਲਈ, ਹੁਣ ਸੁਣ ਲਿਓ। ਸਾਡੀ ਬਦਕਿਸਮਤੀ, ਅਸੀਂ ਆਪਣੇ ਹੱਕਾਂ ਖਾਤਰ ਤਿਆਰ ਹੀ ਨਹੀਂ ਹੋਏ ਲੈਣ ਖਾਤਰ। ਜਥੇਬੰਦੀਆਂ ਬੜੀਆਂ ਰੌਲਾ ਪਾਉਂਦੀਆਂ ਆਈਆਂ ਨੇ, ਪਰ ਨਹੀਂ, ਅਸੀਂ ਆਲਸੀ ਤੇ ਚਾਹੇ ਸਾਨੂੰ ਕੋਈ ਗੁੰਮਰਾਹ ਕਰਦਾ ਰਿਹਾ, ਸਾਨੂੰ ਅਸੀਂ ਇਹਦੀਆਂ ਗੱਡੀਆਂ ਦੇ ਲੀਡਰ ਨੇ ਗੱਡੀਆਂ ਚੜ੍ਹ ਕੇ ਫਿਰ ਖਾ ਪੀ ਕੇ ਸਾਰ ਲਿਆ। ਅਸੀਂ ਆਪਣੇ ਹੱਕ ਨਹੀਂ ਸਾਂਭੇ। ਕਿੱਥੇ ਆ ਗਏ ਅਸੀਂ? ਹੌਲੀ ਸਾਰੇ ਸਾਡੇ ਹਜ਼ਾਰੇ ਵਿਕ ਗਏ, ਪ੍ਰਾਈਵੇਟ ਹੋ ਗਏ। ਇੱਕ ਕੁੜੀ ਕਿਸਾਨ ਦੇ ਘਰ ਜਨਮ ਲੈਂਦੀ ਹੈ 5 ਏਕੜ ਵਾਲੇ ਦੇ, ਉਹ ਜਿੱਦਣ ਦੇ ਹੱਥ ਲਾਉਣ ਜੋਗੀ ਹੋ ਗਈ, ਆਪਣੀ ਮਾਂ ਦੇ ਨਾਲ, ਦਾਦੀ ਨਾਲ ਸਾਰਾ ਕੰਮ ਕਰਾਉਂਦੀ ਹੈ। ਤਕਰੀਬਨ 20 ਸਾਲ ਸਾਡੇ ਘਰ ਕੰਮ ਕਰਦੀ ਹੈ ਉਹ। 20 ਸਾਲ ਤੋਂ ਬਾਅਦ ਜਦੋਂ ਵਿਆਹੁਣੀ ਹੈ, ਅਸੀਂ ਆਪਣੇ ਹੱਕ ਤਾਂ ਸਾਂਭੇ ਨਹੀਂ ਗਏ। 12 ਲੱਖ ਦੇ ਹਿਸਾਬ ਨਾਲ ਘਾਟਾ ਪਾਉਂਦੇ ਆਏ ਆ, ਹੱਕ ਤਾਂ ਸਾਂਭੇ ਨਹੀਂ। ਉਹ ਕੁੜੀ ਨੂੰ ਵਿਚਾਰ ਨੂੰ ਇਹ ਕਹਤਾ ਵੀ ਇਹਨੂੰ ਚੁੰਨੀ ਚੜਾ ਕੇ ਤੋੜ ਦਿਓ। ਜੇ ਅਸੀਂ ਆਪਣੇ ਹੱਕ ਲੈਂਦੇ ਹਾਂ, ਕਿਸੇ ਦਾ ਖੋਹਦੇ ਨਹੀਂ। ਫਿਰ ਇਹ 4 ਸਾਲ ਦਾ ਬਕਾਇਆ 12 ਸਾਲ ਦੇ ਹਿਸਾਬ ਨਾਲ ਅਸੀਂ ਉਹਦੇ ਵਿਆਹ ਪਰ ਲਾਉਣੇ। ਜ਼ੁਲਮ ਕੀ ਇਹਦੇ ਵਿੱਚ? ਉਹਦੀ ਉਹ ਮਿਹਨਤ ਹੈ। ਉਹ ਤਾਂ ਕਿਉਂ ਲੱਖ ਰੁਪਇਆ ਸਾਲ ਵੀ ਨਹੀਂ ਅਸੀਂ ਦੇ ਸਕਦੇ? ਸਾਡਾ ਫਰਜ਼ ਨਹੀਂ ਬਣਦਾ। ਇੱਕ ਅਸੀਂ ਮਜ਼ਦੂਰ ਰੱਖਦੇ ਹਾਂ, ਤਕਰੀਬਨ ਲੱਖ ਰੁਪਇਆ ਹੱਥੋਂ ਸਾਲ ਦਾ ਲੈ ਲੈਂਦਾ। ਉਹ 20 ਲੱਖ ਤੋਂ ਉਸ ਤਰ੍ਹਾਂ ਹੀ ਬਣ ਗਿਆ ਕੁੜੀ ਦਾ। ਇੱਥੇ ਤੱਕ ਅਸੀਂ ਬੇਈਮਾਨ ਵੀ ਬਣ ਜਾਂਦੇ ਹਾਂ। ਕੁੜੀ ਦਾ ਹੱਕ ਖੋਹ ਲੈਂਦੇ ਹਾਂ, ਆਪਣੇ ਹੱਕ ਲੈਂਦੇ ਨਹੀਂ ਲੜਕੇ। ਅਸੀਂ ਇੰਨੇ ਪਿੱਛੇ ਹਟ ਗਏ। ਜੇ ਸਾਨੂੰ ਸਾਡੇ ਹੱਕ ਮਿਲਦੇ ਨੇ ਤਾਂ ਸਾਡੇ ਕੋਲ ਤਾਂ ਬਾਹਰੋਂ ਬੰਦਿਆਂ ਨੇ ਆਉਣਾ ਤਾਂ ਸਾਡੀ ਵੀ ਮਜ਼ਦੂਰੀ ਕਰਨ ਵਾਸਤੇ, ਸਾਡੇ ਕੰਮ ਲੈਣ ਵਾਸਤੇ। ਸਾਨੂੰ ਇੰਨਾ ਮਜ਼ਦੂਰ ਬਣਾਤਾ ਵੀ ਸਾਨੂੰ ਇਸ ਤਰ੍ਹਾਂ ਕਿਤੇ ਜਾਏ ਨਾ। ਅਸੀਂ ਆਪ ਖੁਦਕਸ਼ੀ ਰਾਹ ਪੈ ਗਏ। ਜਾਂ ਅੰਨਦਾਤਾ ਤੋਂ ਅੱਜ ਖੁਦਕਸ਼ੀ ਕਰ ਰਿਹਾ, ਸਿਰਫ ਉਹਦੇ ਹੱਕ ਖੋਏ ਗਏ। ਨਾ ਉਹਨੇ ਕਿਸੇ ਤੋਂ ਕੁਛ ਖੋਹਿਆ, ਉਹਨੂੰ ਆਪਣੀ ਮਿਹਨਤ ਮਿਲੀ ਹੋਣੀ, ਨਾ ਉਹਨੂੰ ਲੈਣੀ ਆਈ। ਬਸ ਇਹ ਸਾਡੀ ਬਦਕਿਸਮਤੀ ਵੀ ਜਾਗੇ ਨਹੀਂ ਜੀ। ਬਹੁਤ ਬਹੁਤ ਸ਼ੁਕਰੀਆ ਜੀ ਗੱਲਬਾਤ ਕਰਨ ਲਈ। ਚਲੋ, ਧੰਨਵਾਦ ਕਰਦਾ ਤੁਹਾਡਾ। ਤੁਸੀਂ ਵੀ ਮੈਨੂੰ ਘਰ ਆ ਕੇ ਕੋਈ ਸਲਾਹ ਬਲਾ ਕਹੀ ਹੋਈ, ਆਪਣੇ ਸਾਂਝੇ ਵਿਚਾਰ ਹੋਏ ਨੇ। ਠੀਕ ਹੈ, ਤਾਂ ਮੈਂ ਸ਼ੁਕਰਗੁਜ਼ਾਰ ਹਾਂ ਤੁਹਾਡਾ। ਦਰਸ਼ਕੋ, ਇਹ ਸਨ ਹਰਨੇਕ ਸਿੰਘ ਭੱਲ ਮਾਜਰਾ, ਜੋ ਭਾਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਫਤਿਹਗੜ੍ਹ ਸਾਹਿਬ ਤੋਂ ਨੇ, ਜਿਨ੍ਹਾਂ ਨੇ ਬੜਾ ਬੇਬਾਕ ਹੋ ਕੇ ਗੱਲਾਂ ਬਾਤਾਂ ਕੀਤੀਆਂ ਕਿਸਾਨੀ ਸੰਘਰਸ਼ ਬਾਰੇ, ਪ੍ਰਾਪਤੀਆਂ ਬਾਰੇ। ਤੇ ਇਹਨਾਂ ਨੇ ਕਿਹਾ ਕਿ ਜਿੰਨੀ ਦੇਰ ਇਹ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ, ਉਨੀ ਦੇਰ ਚਾਹੇ ਸਾਨੂੰ ਜਿੰਨੀਆਂ ਮਰਜ਼ੀ ਕੁਰਬਾਨੀਆਂ ਦੇਣੀਆਂ ਪੈਣ, ਉਨੀ ਦੇਰ ਅਸੀਂ ਚੁੱਪ ਕਰਕੇ ਨਹੀਂ ਬੈਠਾਂਗੇ। ਨਾ ਹੀ ਸੋਧਾਂ ਤੇ ਸਰਕਾਰ ਦੇ ਨਾਲ ਸਹਿਮਤੀ ਕਰਕੇ ਅਸੀਂ ਵਾਪਸ ਆਵਾਂਗੇ। ਦੇਖਣਾ ਇਹ ਹੋਵੇਗਾ ਹੁਣ ਕਿਸਾਨ ਆਗੂ ਆਪਣੇ ਇਹਨਾਂ ਗੱਲਾਂ ਤੇ ਕਿੰਨੀ ਦੇਰ ਕਾਇਮ ਰਹਿੰਦੇ ਨੇ। ਦੇਖਦੇ ਰਹੋ ਪ੍ਰਾਈਡ ਪੰਜਾਬ TV। ਮੈਨੂੰ ਦਿਓ ਆਗਿਆ। ਧੰਨਵਾਦ ਜੀ। ਤਾਜ਼ਾ ਖਬਰਾਂ ਤੇ ਨਵੀਆਂ ਜਾਣਕਾਰੀ ਭਰਪੂਰ ਵੀਡੀਓਜ਼ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪ੍ਰਾਈਡ ਪੰਜਾਬ TV ਤੇ ਸਾਡਾ Facebook ਪੇਜ ਪ੍ਰਾਈਡ ਪੰਜਾਬ TV ਨੂੰ ਫੋਲੋ ਜ਼ਰੂਰ ਕਰੋ ਤੇ ਨਾਲ ਹੀ ਨਾਲ ਇਸ ਨੂੰ ਲਾਈਕ ਵੀ ਕਰ ਲਵੋ।